ਜਿਹੜੀ ਕਮੇਟੀ ਹੈਗੀ ਉਸ ਦੇ ਵਿੱਚ ਇਸ ਤਰ੍ਹਾਂ ਦਾ ਮੈਂਬਰ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਹੈ ਜਿਹੜਾ ਗਰਾਊਂਡ ਰਿਐਲਿਟੀਜ਼ ਨੂੰ ਜਾਣਦਾ ਹੋਏ। ਦਵਿੰਦਰ ਸ਼ਰਮਾ ਹੈਗੇ ਨੇ ਪੰਜਾਬ ਤੋਂ, ਜਿਹੜੇ ਖੇਤੀਬਾੜੀ ਨੂੰ ਚੰਗੀ ਤਰੀਕੇ ਨਾਲ ਸਮਝਦੇ ਹੈਗੇ ਨੇ, ਉਹਨਾਂ ਦਾ ਨਾਮ ਕਿਉਂ ਨਹੀਂ ਕਮੇਟੀ ਦੇ ਵਿੱਚ ਰეკਮੈਂਡ ਕੀਤਾ ਗਿਆ ਹੈ? ਨਹੀਂ, ਪੇਸ਼ੈਂਸ ਰੱਖਣਾ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਖੇਤੀ ਕਾਨੂੰਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ, ਜਿਹੜੀ ਖੇਤੀ ਕਾਨੂੰਨਾਂ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ, ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਕਿਹਾ ਜਾ ਰਿਹਾ ਹੈ ਬੜਾ ਇਤਿਹਾਸਿਕ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਗਿਆ ਹੈ। ਹਾਲਾਂਕਿ ਖੇਤੀ ਕਾਨੂੰਨਾਂ ਦੇ ਉੱਤੇ ਸਟੇ ਲਾ ਦਿੱਤੀ ਹੈ ਤੇ ਨਾਲ 4 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਕਿਵੇਂ ਇਸ ਪੂਰੇ ਫੈਸਲੇ ਨੂੰ ਦੇਖਦੇ ਨੇ ਲੋਕ, ਤੇ ਸਾਡੇ ਨਾਲ ਖਾਸ ਤੌਰ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਿਟਾਇਰਡ ਜੱਜ ਜਸਟਿਸ ਰਮੇਸ਼ਵਰ ਮਲਿਕ ਹੋਣੀ ਮੌਜੂਦ ਹੈਗੇ ਨੇ। ਜਸਟਿਸ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਦੀ ਜਿਹੜੀ ਇਹ ਸੁਣਵਾਈ ਹੋਈ ਹੈ, ਇਸ ਨੂੰ ਕਿਵੇਂ ਵੇਖਦੇ ਹੈਗੇ ਹੋ? ਕੀ ਇਹ ਵਾਕਈ ਇਤਿਹਾਸਿਕ ਫੈਸਲਾ ਹੈ? ਕੇਂਦਰ ਦੀ ਇਸ ਦੇ ਨਾਲ ਝਾੜ ਪਈ ਹੈ, ਕੇਂਦਰ ਨੂੰ ਜਿਹੜਾ ਹੈਗਾ ਇਸ ਨਾਲ ਨੁਕਸਾਨ ਪਹੁੰਚਿਆ ਕਿ ਕਿਤੇ ਕੇਂਦਰ ਦੇ ਫਾਇਦੇ ਵਾਸਤੇ ਹੀ ਇਹ ਫੈਸਲਾ ਸੁਣਾਇਆ ਗਿਆ ਹੈ? ਦੇਖੋ, ਅਜੇ ਕਿਸੇ ਦੇ ਫਾਇਦੇ ਨੁਕਸਾਨ ਦੀ ਕੋਈ ਗੱਲ ਨਹੀਂ ਹੈਗੀ ਦੇ ਵਿੱਚ ਲੰਬੀ ਚੌੜੀ। ਇਹ ਫੈਸਲਾ ਫਾਈਨਲ ਨਹੀਂ ਹੈਗਾ, ਇਹ ਇੰਟੈਰੀਮ ਆਰਡਰ ਹੈ। ਠੀਕ ਹੈ, ਮੇਨ ਪਟੀਸ਼ਨਸ ਅਜੇ ਪੈਂਡਿੰਗ ਨੇ, ਉਹ ਅੰਡਰ ਕੰਸੀਡਰੇਸ਼ਨ ਨੇ। ਆਨਰੇਬਲ ਹਾਈ ਕੋਰਟ ਫਾਈਨਲੀ ਉਹਨਾਂ ਦਾ ਫੈਸਲਾ ਦੇਖੇ ਜਦ ਕਰੇਗਾ ਉਹ ਤਦ ਆਏਗੀ ਗੱਲ। ਅੱਜ ਦਾ ਆਰਡਰ ਹੈਗਾ ਇੰਟੈਰੀਮ ਆਰਡਰ, ਜਿਸ ਦੇ ਰਾਹੀਂ ਉਹਨਾਂ ਨੇ ਕਮੇਟੀ ਬਣਾਉਣ ਦਾ ਹੈਗਾ ਪ੍ਰਪੋਜ਼ਲ, ਔਰ ਉਸ ਕਮੇਟੀ ਦੇ ਵਿੱਚ ਕੌਣ-ਕੌਣ ਮੈਂਬਰ ਆਉਂਦੇ ਨੇ, ਕੌਣ ਉਹਦਾ ਚੇਅਰਮੈਨ ਹੁੰਦਾ ਹੈ, ਉਹ ਆਰਡਰ ਦੇਖ ਕੇ ਡਿਟੇਲ ਦੇ ਵਿੱਚ ਤਾਂ ਕਰਕੇ ਫਿਰ ਅੱਗੇ ਗੱਲਬਾਤ ਕੋਈ ਕੀਤੀ ਜਾ ਸਕਦੀ ਹੈ। ਗੱਲ ਕਰੀਏ ਜੋ ਕਮੇਟੀ ਦੇ ਵਿੱਚ ਬਣਾਉਣ ਦੇ ਵਾਸਤੇ ਨਾਮ ਆ ਰਹੇ ਹੈਗੇ ਨੇ, ਖਾਸ ਤੌਰ ਤੇ ਭੁਪਿੰਦਰ ਸਿੰਘ ਮਾਨ BKU ਦੇ ਵਿੱਚ ਹੈਗੇ ਨੇ, ਉਹਨਾਂ ਦਾ ਨਾਮ ਆ ਰਿਹਾ ਹੈਗਾ, ਅਸ਼ੋਕ ਗੁਲਾਟੀ ਉਹਨਾਂ ਦਾ ਨਾਮ ਆ ਰਿਹਾ, ਡਾਕਟਰ ਪ੍ਰਮੋਦ ਜੋਸ਼ੀ ਦਾ ਨਾਮ ਆ ਰਿਹਾ ਤੇ ਅਨਿਲ ਘਨਵਾਦ ਦਾ ਨਾਮ ਆ ਰਿਹਾ। ਇਹ तमाम ਉਹ ਲੋਕ ਨੇ ਜਿਹੜੇ ਕਿ ਇਹ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਨੇ। ਖਾਸ ਤੌਰ ਦੇ ਉੱਤੇ ਅਨਿਲ ਘਨਵਾਦ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਕੰਟਰੈਕਟ ਫਾਰਮਿੰਗ ਸਹੀ ਹੈ, MSP ਦਾ ਜਿਹੜਾ ਜ਼ਿਕਰ ਹੈਗਾ ਇਹ ਕਰਦੇ ਕਿ MSP ਦੀ ਲੋੜ ਨਹੀਂ ਹੈਗੀ। ਇਹ ਉਹ ਲੋਕ ਹੈਗੇ ਨੇ। ਹੁਣ ਖਦਸ਼ੇ ਸ਼ੁਰੂ ਹੋ ਰਹੇ ਨੇ ਕਿ ਜਿਹੜਾ ਕੰਮ ਕੇਂਦਰ ਦੀ ਸਰਕਾਰ ਨਹੀਂ ਕਰ ਪਾਈ ਸੀਗੀ ਉਹ ਸੁਪਰੀਮ ਕੋਰਟ ਤੋਂ ਕਰਾਇਆ ਜਾ ਰਿਹਾ ਹੈ। ਦੇਖੋ, ਇਹ ਕਹਿਣਾ ਕੋਈ ਚੰਗੀ ਨਹੀਂ ਹੈਗੀ ਗੱਲ। ਜਦ ਤੱਕ ਆਰਡਰ ਨਾ ਦੇਖ ਲਈਏ, ਪੂਰਾ ਆਰਡਰ ਨੂੰ ਦੇਖ ਕੇ ਪੜ੍ਹ ਕੇ ਉਹਨੂੰ ਕੰਸੀਡਰ ਕਰਕੇ ਤਾਂ ਕੁਝ ਗੱਲ ਕਰਨੀ ਚਾਹੀਦੀ ਹੈ। ਅਜੇ ਤੱਕ ਮੈਂ ਆਰਡਰ ਨਹੀਂ ਪੜਿਆ ਅੱਜ ਦਾ। ਤੁਹਾਡਾ ਲੰਬਾ ਤਜਰਬਾ ਰਿਹਾ ਹੈਗਾ, ਤੁਸੀਂ ਵੀ ਇਤਿਹਾਸਿਕ ਕਈ ਫੈਸਲੇ ਦਿੱਤੇ ਹੈਗੇ ਨੇ। ਅੱਜ ਦੇ ਇਸ ਫੈਸਲੇ ਨੂੰ ਕਿਵੇਂ ਮੰਨਿਆ ਜਾਵੇ ਕਿ ਜੇ ਇਹ ਕਮੇਟੀ ਬਣਾਉਣ ਦੇ ਵਾਸਤੇ ਹੁਣ ਜਿਸ ਤਰੀਕੇ ਨਾਲ ਕਿਹਾ ਗਿਆ ਹੈਗਾ, ਕਾਨੂੰਨਾਂ ਦੇ ਉੱਤੇ ਸਟੇ ਲੱਗ ਜਾਂਦੀ ਹੈਗੀ ਹੈ। ਹਾਲਾਂਕਿ ਪਿਛਲੇ ਜੇਕਰ ਅਸੀਂ ਪਾਸਟ ਐਕਸਪੀਰੀਐਂਸਿਸ ਦੀ ਸਰ ਗੱਲ ਕਰੀਏ, ਅਯੋਧਿਆ ਦਾ ਮੈਟਰ ਹੋ ਗਿਆ, ਸ਼ਹੀਨ ਬਾਗ ਦਾ ਮੈਟਰ ਹੋ ਗਿਆ, ਕਮੇਟੀਆਂ ਤਾਂ ਉਦੋਂ ਵੀ ਬਣੀਆਂ ਸੀਗੀਆਂ, ਪਰ ਜੋ ਫੈਸਲਾ ਆਇਆ ਸੀਗਾ ਉਹ ਕੇਂਦਰ ਦੀ ਸਰਕਾਰ ਦੇ ਹੱਕ ਦੇ ਵਿੱਚ ਹੀ ਆਇਆ ਸੀ। ਕਿ ਕਿਤੇ ਨਾ ਇਹ ਤਾਂ ਨਹੀਂ ਹੋ ਰਿਹਾ ਕਿ ਜੋ ਕੰਮ ਬੀਜੇਪੀ ਦੀ ਸਰਕਾਰ ਨਹੀਂ ਕਰ ਪਾ ਰਹੀ ਹੈਗੀ ਉਹ ਹੁਣ ਚੀਜ਼ ਜਿਹੜੀ ਹੈਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹ ਕਹਿਣਾ ਬਿਲਕੁਲ ਗਲਤ ਹੈ। ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਤੇ ਕੁਝ ਵੀ ਕੋਈ ਐਡਵਰਸਲੀ ਕਮੈਂਟ ਕਰਨਾ ਕੋਈ ਸਮਝਦਾਰੀ ਦੀ ਗੱਲ ਬਿਲਕੁਲ ਨਹੀਂ ਹੈਗੀ, ਨਾ ਕਿਸੇ ਨੂੰ ਕਰਨਾ ਚਾਹੀਦਾ ਹੈ। ਵੀ ਮਸਟ ਓਬੇ ਦੀ ਆਰਡਰਸ, ਵੀ ਮਸਟ ਰਿਸਪੈਕਟ ਦਾ ਆਰਡਰਸ, ਈਚ ਵਰਡ ਆਫ ਦਾ ਆਰਡਰ। ਆਨਰੇਬਲ ਸੁਪਰੀਮ ਕੋਰਟ ਜਿਹੜਾ ਫੈਸਲਾ ਕਰਦਾ, ਕੋਈ ਇੰਟੈਰੀਮ ਆਰਡਰ ਹੋਏ ਚਾਹੇ ਫਾਈਨਲ ਆਰਡਰ ਹੋਏ, ਉਸ ਦਾ ਹਰ ਨਾਗਰਿਕ ਨੂੰ ਉਸ ਦਾ ਮੰਨਣ ਦਾ ਪੂਰਾ ਉਹਦੀ ਜ਼ਿੰਮੇਵਾਰੀ ਬਣਦੀ ਹੈ। ਪਰ ਕਿਉਂਕਿ ਜਿਹੜੀ ਕਿਸਾਨ ਜਥੇਬੰਦੀਆਂ ਦੇ 4 ਵਕੀਲ ਪੱਖ ਰੱਖ ਰਹੇ ਸੀ, ਅੱਜ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਲੌਗਇਨ ਤੱਕ ਨਹੀਂ ਕੀਤਾ। ਹਾਲਾਂਕਿ CJI ਨੇ ਵੀ ਇਹ ਸਵਾਲ ਖੜਾ ਕੀਤਾ ਤਾਂ ਉਦੋਂ ਸਾਲਵੇ ਹੋਣੀ ਕਹਿੰਦੇ ਕਿ ਉਹ ਵਕੀਲ ਕਹਿ ਰਹੇ ਨੇ, ਉਹਨਾਂ ਦੀ ਜਿਹੜੀ ਪਾਰਟੀਆਂ ਹੈਗੀਆਂ ਉਹ ਕਹਿੰਦੇ ਕਿ ਵੀ ਡੋਂਟ ਹੈਵ ਐਨੀ ਟਰਸਟ ਇਨ ਦੀ ਜੁਡੀਸ਼ੀਅਲ ਪ੍ਰੋਸੀਡਿੰਗਸ। ਤਾਂ ਇਹ ਗੱਲ ਰੱਖੀ ਗਈ ਹੈ। ਕੱਲ ਉਹਨਾਂ ਨੇ ਕਮੇਟੀ ਬਣਾਉਣ ਤੋਂ ਮਨਾ ਕਰ ਦਿੱਤਾ ਹੈਗਾ। ਤਾਂ ਕੀ ਤੁਹਾਨੂੰ ਲੱਗਦਾ ਕਿ ਫਿਰ ਅੱਗੇ ਕਿਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਹੈਗੀ ਕੋਈ ਤਣਪੱਤਨ ਲੱਗੇਗੀ? ਕਿਵੇਂ ਇਸ ਦਾ ਮੈਟਰ ਦਾ ਜਿਹੜਾ ਹੈਗਾ ਸੋਲੂਸ਼ਨ ਨਿਕਲੇਗਾ ਜੇ ਕਮੇਟੀ ਬਣਾਉਣ ਵਾਸਤੇ ਜਥੇਬੰਦੀਆਂ ਰਾਜ਼ੀ ਨਹੀਂ ਹੁੰਦੀਆਂ? ਇੱਕ ਤਾਂ ਮੇਰਾ ਹੰਬਲ ਸਬਮਿਸ਼ਨ ਇਹ ਹੈ ਕਿ ਵੀ ਜਿਹੜੀ ਕਮੇਟੀ ਹੈਗੀ ਉਸ ਦੇ ਵਿੱਚ ਇਸ ਤਰ੍ਹਾਂ ਦਾ ਮੈਂਬਰ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਹੈ ਜਿਹੜਾ ਗਰਾਊਂਡ ਰਿਐਲਿਟੀਜ਼ ਨੂੰ ਜਾਣਦਾ ਹੋਏ। ਖੇਤੀ ਕਿਵੇਂ ਹੁੰਦੀ ਹੈ, ਕਿਵੇਂ ਕਰਦੇ ਹੈ, ਕਿਵੇਂ ਉਸ ਦਾ ਟੋਟਲ ਪ੍ਰੋਸੀਜਰ ਪ੍ਰੈਕਟਿਸ ਜਿਹੜੀ ਹੈਗੀ, ਔਰ ਕਿਸ ਤਰ੍ਹਾਂ ਦੀ ਡਿਫਿਕਲਟੀਜ਼, ਮੁਸੀਬਤਾਂ, ਦਿੱਕਤਾਂ ਕਿਸਾਨ ਨੂੰ ਆਉਂਦੀਆਂ ਨੇ। ਠੀਕ ਹੈ, ਕਿਸਾਨ ਕਹਿੰਦੇ ਕਿ P ਸਾਇਨਾਥ ਹੈਗੇ ਨੇ, ਦਵਿੰਦਰ ਸ਼ਰਮਾ ਹੈਗੇ ਨੇ ਪੰਜਾਬ ਤੋਂ, ਜਿਹੜੇ ਖੇਤੀਬਾੜੀ ਨੂੰ ਚੰਗੀ ਤਰੀਕੇ ਨਾਲ ਸਮਝਦੇ ਹੈਗੇ ਨੇ, ਉਹਨਾਂ ਦਾ ਨਾਮ ਕਿਉਂ ਨਹੀਂ ਕਮੇਟੀ ਦੇ ਵਿੱਚ ਰეკਮੈਂਡ ਕੀਤਾ ਗਿਆ ਹੈ? ਦੇਖੋ, ਇਹ ਗੱਲ ਬਿਲਕੁਲ ਵਾਜਿਬ ਹੈ। ਕਮੇਟੀ ਦੇ ਵਿੱਚ ਰਿਪਰੈਜ਼ੈਂਟੇਟਿਵ ਕਿਸਾਨਾਂ ਦੇ ਇਸ ਤਰ੍ਹਾਂ ਦਾ ਹੋਣਾ ਬਹੁਤ ਲਾਜ਼ਮੀ ਸੀ, ਜੋ ਖੇਤੀ ਦੀ, ਕਿਸਾਨੀ ਦੀ ਜ਼ਰੂਰਤਾਂ ਨੂੰ, ਦਿੱਕਤਾਂ ਨੂੰ, ਪ੍ਰੈਕਟੀਕਲ ਡਿਫਿਕਲਟੀਜ਼ ਨੂੰ ਸਮਝਦਾ ਹੋਏ।
ਤਾਂ ਹੀ ਉਹ ਬੈਟਰ ਐਪਰੀਸ਼ੀਏਟ ਕਰ ਸਕਦਾ ਹੈ ਉਸ ਨੂੰ। ਹਾਲਾਂਕਿ ਸੀਜੀਆਈ ਨੇ ਵੀ ਕਿਹਾ, ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਗਰਾਊਂਡ ਰਿਪੋਰਟ ਜਿਹੜੀ ਹੈਗੀ ਹੈ ਉਹ ਮਿਲ ਸਕੇ। ਹਾਲਾਂਕਿ ਹੁਣ ਇਹ ਕਮੇਟੀ ਦਾ ਦੇਖਣਾ ਹੋਊਗਾ ਕਿ ਕਿਵੇਂ ਦੀ ਗਰਾਊਂਡ ਰਿਪੋਰਟ ਜਿਹੜੀ ਹੈਗੀ ਉਹ ਤਿਆਰ ਕਰਕੇ ਭੇਜਦੀ ਹੈਗੀ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਬਹੁਤਾ ਸਾਨੂੰ ਇਹਨਾਂ ਦੇ ਉੱਤੇ ਯਕੀਨ ਨਹੀਂ ਹੈਗਾ। ਜਸਟਿਸ ਸਾਹਿਬ, ਇੱਕ ਚੀਜ਼ ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਦੋਂ ਇਹ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਨੇ, ਹਾਲਾਂਕਿ ਕਿਸਾਨ ਕਹਿ ਰਹੇ ਅੰਦੋਲਨ ਤਾਂ ਇਸ ਤਰੀਕੇ ਨਾਲ ਜਾਰੀ ਰਹੂਗਾ। ਅੱਜ ਤੁਸੀਂ ਵੀ ਆਏ ਹੋ, ਪਹਿਲਾਂ ਵੀ ਜੇਕਰ ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ ਤਾਂ ਸ਼ਾਇਦ ਇੰਨੇ ਇੱਥੇ ਪੱਕੇ ਮੋਰਚੇ ਨਹੀਂ ਸੀਗੇ, ਹੁਣ ਤਾਂ ਇਹ ਹੋਰ ਤਿਆਰੀਆਂ ਪੱਕੇ ਦੀ ਕਰੀ ਬੈਠੇ ਨੇ। ਕੀ ਲੱਗਦਾ ਕਿ ਮੈਟਰ ਇਹ ਲੰਬਾ ਜਾਊਗਾ ਇਸ ਦੇ ਨਾਲ? ਦੇਖੋ, ਮੇਰੀ ਤਾਂ ਹੱਥ ਜੋੜ ਕੇ ਇਹ ਬੇਨਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਕਿ ਉਹ ਆਪਣਾ ਪ੍ਰੋਟੈਸਟ ਬਿਲਕੁਲ ਜਿਵੇਂ ਅਜੇ ਤੱਕ ਪੀਸਫੁਲ ਚਲਾਉਂਦੇ ਆਏ ਨੇ, ਅੱਗੇ ਵੀ ਇਸ ਨੂੰ ਇਨਸ਼ੋਰ ਕਰਨ ਕਿ ਪੀਸਫੁਲ ਰਹੇ, ਕਿਸੇ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਾ ਹੋਏ, ਕਿਸੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਾ ਹੋਏ, ਕਾਨੂੰਨ ਆਪਣੇ ਹੱਥ 'ਚ ਨਾ ਲੈਣ ਦੀ ਕੋਸ਼ਿਸ਼ ਕਰੇ ਕੋਈ ਵੀ। ਨਾਲ ਦੇ ਨਾਲ ਸਰਕਾਰ ਨੂੰ ਵੀ ਉਹਨਾਂ ਦੇ ਅਧਿਕਾਰਾਂ ਦੀ, ਉਹਨਾਂ ਦੀ ਮੰਗਾਂ ਦੇ ਪੂਰੇ ਸੱਚੇ ਮਨ ਦੇ ਨਾਲ, ਸੱਚੀ ਨੀਅਤ ਨਾਲ ਵਿਚਾਰ ਕਰਨਾ ਚਾਹੀਦਾ ਹੈ ਔਰ ਖੁੱਲੇ ਮਾਹੌਲ ਦੇ ਵਿੱਚ ਬੈਠ ਕੇ ਓਪਨ ਮਾਈਂਡ ਦੇ ਨਾਲ ਇਹਨੂੰ ਕੰਸੀਡਰ ਕਰਕੇ ਜਿੰਨਾ ਛੇਤੀ ਹੋ ਸਕੇ ਨਿਬੇੜਨਾ ਚਾਹੀਦਾ ਹੈ। ਇੱਕ ਚੀਜ਼, ਅੱਜ ਪਟੀਸ਼ਨ ਜਿਸ ਤਰੀਕੇ ਨਾਲ ਸੁਣਵਾਈ ਹੋ ਰਹੀ ਸੀਗੀ ਤਾਂ ਉਸ ਦੇ ਵਿੱਚ ਇੱਕ ਨਰਸਿਮਹਾ ਉਹਨਾਂ ਨੇ ਗੱਲ ਚੱਕੀ ਕਿ ਬੈਂਡ ਆਰਗੇਨਾਈਜੇਸ਼ਨ 6 ਫॉर ਜਸਟਿਸ ਦਾ ਜ਼ਿਕਰ ਹੋਇਆ। ਉਸ ਦੇ ਉੱਤੇ ਅਟਾਰਨੀ ਜਨਰਲ ਜਿਹੜੇ ਨੇ ਉਹ ਗੱਲ ਆਖਦੇ ਨੇ, ਕਹਿੰਦੇ ਕਿ ਖਾਲਿਸਤਾਨ ਜਿਹੜੇ ਨੇ ਇੱਥੇ ਲੋਕ ਅੰਦਰ ਘੁਸਪੈਠ ਕਰ ਚੁੱਕੇ ਨੇ। ਨਾਲ ਹੀ ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਆਈਬੀ ਦੀ ਰਿਪੋਰਟਸ ਦੇ ਤਹਿਤ ਕੱਲ ਐਫੀਡੈਵਿਟ ਜਿਹੜਾ ਹੈਗਾ ਉਹ ਫਾਈਲ ਕਰਾਂਗੇ ਤੇ ਪ੍ਰੂਫ ਦੇ ਤਹਿਤ ਅਸੀਂ ਦੱਸਾਂਗੇ ਕਿ ਇਸ ਅੰਦੋਲਨ ਨੂੰ ਜਿਹੜਾ ਹੈਗਾ ਖਾਲਿਸਤਾਨ ਚਲਾ ਰਿਹਾ ਹੈ। ਦੇਖੋ, ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਲਰਨਡ ਅਟਾਰਨੀ ਜਨਰਲ ਨੇ ਕੀ ਉੱਥੇ ਗੱਲ ਕਹੀ, ਮੈਂ ਨਹੀਂ ਸੁਣਿਆ ਅੱਜ ਦੀ ਕੋਈ ਪ੍ਰੋਸੀਡਿੰਗ ਔਰ ਮੈਂ ਕੋਈ ਕਮੈਂਟ ਕਰਨਾ ਨਹੀਂ ਚਾਹਾਂਗਾ। ਪਰ ਜਿਹੜੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਖਾਲਿਸਤਾਨੀ ਕਹਿਣਾ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਅਪਸ਼ਬਦ ਇਸਤੇਮਾਲ ਉਹਨਾਂ ਦੇ ਖਿਲਾਫ ਕਰਨਾ ਕੋਈ ਸਮਝਦਾਰੀ ਨਹੀਂ ਹੈ, ਮੈਂ ਉਸ ਨੂੰ ਅਪਰੂਵ ਨਹੀਂ ਕਰਦਾ। ਓਵਰਆਲ ਕੀ ਤੁਹਾਨੂੰ ਸਮਝ ਕੀ ਆਉਂਦੀ ਹੈ, ਕੀ ਨਜ਼ਰ ਆਉਂਦਾ ਹੈਗਾ ਇੱਥੋਂ ਦੀ ਤਸਵੀਰ ਵੇਖ ਕੇ, ਇਹਨਾਂ ਦੇ ਹਾਵ ਭਾਵ ਵੇਖ ਕੇ ਕੀ ਲੱਗਦਾ ਹੈ ਕਿ ਇਹ ਰੱਦ ਕਰਵਾ ਕੇ ਹੀ ਮੰਨਣਗੇ ਜਾਂ ਕਮੇਟੀ ਦੀ ਵੀ ਕੋਈ ਗੱਲਬਾਤ ਸੁਣੀ ਜਾਊਗੀ? ਤੱਕ ਇਹਨਾਂ ਦੇ ਹੱਕਾਂ ਦੀ ਲੜਾਈ ਹੈ, ਉਹਨਾਂ ਦਾ ਪੂਰਾ ਅਧਿਕਾਰ ਹੈਗਾ ਕਾਨੂੰਨੀ ਵੀ ਸੰਵਿਧਾਨਿਕ ਵੀ ਕਿ ਉਹ ਆਪਣੇ ਰਾਈਟਸ ਵਾਸਤੇ ਪ੍ਰੋਟੈਸਟ ਕਰ ਸਕਦੇ ਹੈ ਔਰ ਉਹ ਜਦ ਤੱਕ ਪੀਸਫੁਲ ਰਹਿੰਦਾ ਹੈ, ਪੀਸਫੁਲ ਪ੍ਰੋਟੈਸਟ ਕਰਨ ਦਾ ਉਹਦਾ ਪੂਰਾ ਹੱਕ ਹੈ ਔਰ ਉਹਨਾਂ ਦੀ ਡਿਮਾਂਡਸ ਜਿਹੜੀ ਨੇ, ਮੰਗ ਜਿਹੜੀ ਨੇ ਉਹ ਵਾਜਿਬ ਨੇ। 26 ਜੈਨ ਦੀ ਕਾਲ ਨੂੰ ਕਿਵੇਂ ਵੇਖਦੇ ਹੋ? ਕੀ ਇਹ ਠੀਕ ਹੈ ਕਾਲ? ਕਿਉਂਕਿ ਇੱਕ ਪਾਸੇ ਪਰੇਡ ਹੋਣੀ ਹੈ, ਕੱਲ ਦਿੱਲੀ ਦੇ ਜੁਆਇੰਟ ਕਮਿਸ਼ਨਰ ਦੇ ਵੱਲੋਂ ਵੀ ਪਟੀਸ਼ਨ ਜਿਹੜੀ ਹੈਗੀ ਆ ਪਾ ਦਿੱਤੀ ਗਈ ਹੈ ਕਿ ਇਹ ਮਾਹੌਲ ਖਰਾਬ ਹੋ ਸਕਦਾ। ਹਾਲਾਂਕਿ ਸੁਣਵਾਈ ਉਸ ਦੇ ਉੱਤੇ ਸੋਮਵਾਰ ਹੋਣੀ ਹੈ, ਪਰ ਸੀਜੀਆਈ ਨੇ ਅੱਜ ਕਹਿ ਦਿੱਤਾ ਕਿ ਜੇਕਰ ਮਾਹੌਲ ਖਰਾਬ ਹੁੰਦਾ ਤਾਂ ਤੁਸੀਂ ਵੈਲ ਪ੍ਰੀਪੇਅਰਡ ਹੋਣੇ ਚਾਹੀਦੇ ਹੋ, ਯੂ ਆਰ ਵੈਲ ਪ੍ਰੀਪੇਅਰਡ ਵਿਦ ਦਾ ਆਰਮਡ। ਇਸ ਨੂੰ ਕਿਵੇਂ ਸਮਝਿਆ ਜਾਵੇ? ਮੇਰੀ ਫਿਰ ਸਭ ਨੂੰ ਰਿਕਵੈਸਟ ਇਹ ਰਹੇਗੀ, ਹੱਥ ਜੋੜ ਕੇ ਬੇਨਤੀ ਸਰਕਾਰ ਨੂੰ ਵੀ ਤੇ ਕਿਸਾਨ ਭਰਾਵਾਂ ਨੂੰ ਵੀ ਕਿ ਚਾਹੇ 26 ਜਨਵਰੀ ਦਾ ਪ੍ਰੋਗਰਾਮ ਹੋਇਆ ਕੋਈ ਹੋਰ ਪ੍ਰੋਗਰਾਮ ਹੋਏ, 26 ਜਨਵਰੀ ਦਾ ਦੇਖੋ ਨੈਸ਼ਨਲ ਇੰਪੋਰਟੈਂਸ ਦਾ ਸਾਡਾ ਕੋਈ ਹੈਗਾ ਇੱਕ ਫੈਸਟੀਵਲ ਹੈਗਾ, ਉਸ ਨੂੰ ਐਨਸ਼ੋਰ ਕੀਤਾ ਜਾਵੇ ਬਾਈ ਐਵਰੀ ਸਿਟੀਜ਼ਨ, ਐਵਰੀ ਏਜੰਸੀ ਆਫ ਦਾ ਗਵਰਨਮੈਂਟ ਔਰ ਇਨਕਲੂਡਿੰਗ ਫਾਰਮਰਸ ਐਂਡ देयर यूनियंस ਕਿ ਉਹ ਪੀਸਫੁਲ ਰਹੇ ਔਰ ਚੰਗੀ ਤਰ੍ਹਾਂ ਉਸ ਨੂੰ ਆਰਗੇਨਾਈਜ਼ ਹੋਣ ਦਿਆ ਜਾਏ, ਕੋ ਉਹਦੇ ਵਿੱਚ ਖਲਲ ਨਹੀਂ ਪੈਣਾ ਚਾਹੀਦਾ। ਤਾਂ ਲੱਗਦਾ ਹੈ ਕਿ ਜਿਸ ਰਾਹ ਦੇ ਉੱਤੇ ਤੁਰੇ ਹੋਏ ਨੇ, ਜੇ ਇਸੇ ਤਰੀਕੇ ਦੇ ਨਾਲ ਪੇਸ਼ੈਂਸ ਦੇ ਨਾਲ, ਕਿਉਂਕਿ ਹੁਣ ਵੱਡੀ ਸਵਾਲ ਹੈਗਾ, ਵੱਡੀ ਗੱਲ ਹੈਗੀ ਹੈ, ਜੇ ਪੇਸ਼ੈਂਸ ਰਹੂਗੀ ਤਾਂ ਹੀ ਅੰਦੋਲਨ ਸ਼ਾਇਦ ਜਿਹੜਾ ਹੈਗਾ ਉਹ ਹੋਰ ਲੰਬਾ ਲੈ ਕੇ ਜਾਇਆ ਜਾ ਸਕਦਾ ਹੈਗਾ ਜਾਂ ਜਿੱਤਿਆ ਜਾ ਸਕਦਾ ਹੈ। ਨਹੀਂ, ਪੇਸ਼ੈਂਸ ਰੱਖਣਾ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਪੇਸ਼ੈਂਸ ਦੇ ਨਾਲ ਹੀ ਐਜੀਟੇਸ਼ਨ ਲੰਬਾ ਹੋ ਸਕਦਾ ਹੈ, ਪੇਸ਼ੈਂਸ ਦੇ ਨਾਲ ਹੀ ਐਜੀਟੇਸ਼ਨ ਪੀਸਫੁਲ ਰਹਿ ਸਕਦਾ ਹੈ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਿਟਾਇਰਡ ਜਸਟਿਸ ਨੇ ਗੱਲਬਾਤ ਰੱਖੀ ਹੈ। ਹਾਲਾਂਕਿ ਅੱਜ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਾਈ ਹੋਈ ਹੈ ਉਸ ਦੇ ਉੱਤੇ ਵੱਖੋ ਵੱਖ ਦਲੀਲਾਂ ਵੀ ਆ ਰਹੀਆਂ ਹੈਗੀਆਂ ਨੇ। ਦਲੀਲਾਂ ਇਹ ਵੀ ਆ ਰਹੀਆਂ ਨੇ ਕਿ ਜੋ ਪੰਜਾਬ ਤੇ ਲੋਕ ਇੱਥੋਂ ਪਹੁੰਚੇ ਸੀ, ਉਸ ਤੋਂ ਬਾਅਦ तमाम ਇਸ ਦੇ ਵਿੱਚ ਸਟੇਟਸ ਤੋਂ ਲੋਕ ਆ ਕੇ ਖੜੇ ਹੋ ਗਏ ਸੀਗੇ, ਤਾਂ ਇਹ ਅੰਦੋਲਨ ਜਿਹੜਾ ਹੈਗਾ ਕਿਤੇ ਨਾ ਕਿਤੇ ਖਾਲਿਸਤਾਨ ਨੂੰ ਜਿਹੜਾ ਹੈ ਵਧਾਵਾ ਦਿੱਤਾ ਜਾ ਰਿਹਾ, ਉਸ ਦੇ ਉੱਤੇ ਵੀ ਗੱਲ ਹੋਈ ਹੈਗੀ ਹੈ। ਤੇ ਨਾਲ ਹੁਣ ਇਹ ਵੀ ਗੱਲ ਆ ਰਹੀ ਹੈਗੀ ਹੈ ਕਿ ਇਹ ਕਿੱਥੇ ਜੋ ਬੀਜੇਪੀ ਦੀ ਸਰਕਾਰ ਨਹੀਂ ਕਰ ਪਾ ਰਹੀ ਸੀ, ਸੁਪਰੀਮ ਕੋਰਟ ਤੋਂ ਜਿਹੜਾ ਹੈਗਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਸ ਦੇ ਉੱਤੇ ਗੱਲਬਾਤ ਜਿਹੜੀ ਹੈਗੀ ਆ ਉਹ ਖਾਸ ਤੌਰ ਦੇ ਉੱਤੇ ਜਸਟਿਸ ਸਾਹਿਬ ਉਹਨਾਂ ਨਾਲ ਅਸੀਂ ਕੀਤੀ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਸਿੰਘੂ ਬਾਰਡਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।